ਵੈਲਕਮ ਦੋਸਤੋ, ਤੁਸੀਂ ਦੇਖ ਰਹੇ ਹੋ ਲਰਨ ਬੈਟਰ YouTube ਚੈਨਲ। ਪੰਜਾਬ ਦੇ ਵਿੱਚ ਜੋ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਚੰਗੀ ਖਬਰ ਹੈ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ PCS 2020 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਹਦੀ ਤਿਆਰੀ ਕਰਨ ਵਾਸਤੇ ਤੁਸੀਂ ਚੈਨਲ ਲਰਨ ਬੈਟਰ ਸਬਸਕ੍ਰਾਈਬ ਕਰ ਸਕਦੇ ਹੋ। ਨੋਟੀਫਿਕੇਸ਼ਨ ਦੇਖਦੇ ਹਾਂ। 4 ਜੂਨ 2020 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ। ਇਸ ਨੋਟੀਫਿਕੇਸ਼ਨ ਦੇ ਵਿੱਚ ਟੋਟਲ 77 ਵੈਕੈਂਸੀਜ਼ ਨੇ। 77 ਦੇ ਵਿੱਚੋਂ ਐਗਜ਼ੈਕਟਿਵ ਕਲਾਸ ਲਈ 20 ਪੋਸਟਾਂ ਨੇ ਪੰਜਾਬ ਸਿਵਲ ਸਰਵਿਸਿਜ਼ ਜਿਹੜੇ ਕਿ ਮੇਨ PCS ਬਣ ਗਏ। ਸੈਕੰਡ ਨੰਬਰ ਤੇ DSP ਨੇ 26 ਪੋਸਟਾਂ DSP ਲਈ ਕੱਢੀਆਂ ਗਈਆਂ ਨੇ। ਤਹਿਸੀਲਦਾਰ ਨੇ 5, ਫੂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਆਫਿਸਰ ਨੇ 2 BDPOs ਨੇ, AROs ਨੇ, ਅਸਿਸਟੈਂਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਜ਼ 4, ਲੇਬਰ ਕੰਸੀਲੀਏਸ਼ਨ ਆਫਿਸਰ 1 ਹੈ, ਇੰਪਲੋਇਮੈਂਟ ਜਨਰੇਸ਼ਨ ਟ੍ਰੇਨਿੰਗ ਆਫਿਸਰ 7 ਨੇ ਤੇ ਡਿਪਟੀ ਸੁਪਰਡੈਂਟ ਜੇਲ ਡਿਸਟ੍ਰਿਕਟ ਪ੍ਰੋਬੇਸ਼ਨ ਆਫਿਸਰ ਗ੍ਰੇਡ 2 ਨੇ 10। ਕਿਸੇ ਨੇ ਵੀ ਬੈਚਲਰ ਡਿਗਰੀ ਕੀਤੀ ਹੈ, ਅਗਰ ਕੋਈ ਵੀ ਗ੍ਰੈਜੂਏਸ਼ਨ ਹੈ ਕਿਸੇ ਦੀ, ਤਾਂ ਉਹ ਇਹ ਪੋਸਟ ਅਪਲਾਈ ਕਰਨ ਵਾਸਤੇ ਐਲੀਜੀਬਲ ਹੋ ਸਕਦਾ ਹੈ। ਏਜ ਲਿਮਿਟ ਦੱਸੀ ਗਈ ਹੈ ਕਿ ਮਿਨੀਮਮ 21 ਸਾਲ ਤੇ ਮੈਕਸਿਮਮ 37 ਸਾਲ। ਇਹ ਪੋਸਟਾਂ ਅਪਲਾਈ ਕਰਨ ਦੀ ਲਾਸਟ ਡੇਟ ਹੈ 30/6/2020। 30 ਜੂਨ 2020 ਤੱਕ ਇਹ ਪੋਸਟ ਅਪਲਾਈ ਕੀਤੀ ਜਾ ਸਕਦੀ ਹੈ ਤੇ ਇਸ ਦੀ ਜੋ ਫੀਸ ਹੈ ਚਲਾਨ ਦੇ ਥਰੂ 7/7/2020 ਤੱਕ ਭਰੀ ਜਾ ਸਕਦੀ ਹੈ। ਸੋ ਹੁਣ ਇਹ ਦੇਖਦੇ ਹਾਂ ਇਹਦਾ ਸਿਲੈਕਸ਼ਨ ਪ੍ਰੋਸੀਜਰ ਕੀ ਹੈ। ਸਿਲੈਕਸ਼ਨ ਪ੍ਰੋਸੀਜਰ ਦੇ ਵਿੱਚ 2 ਪਾਰਟ ਨੇ। ਫਸਟ ਪਾਰਟ ਦੇ ਵਿੱਚ ਹੈ ਪ੍ਰੀਲਿਮਿਨਰੀ ਕੰਪੀਟੀਟਿਵ ਐਗਜ਼ਾਮ, ਪ੍ਰੀਲਿਮ ਐਗਜ਼ਾਮ ਹੋਣਾ ਹੈ। ਸੈਕੰਡ ਦੇ ਵਿੱਚ ਹੈ ਮੇਨਸ ਐਗਜ਼ਾਮ ਤੇ ਇੰਟਰਵਿਊ। ਪ੍ਰੀਲਿਮ ਐਗਜ਼ਾਮ ਵਾਸਤੇ ਜੋ ਟੈਂਟੇਟਿਵ ਡੇਟ ਦੱਸੀ ਗਈ ਹੈ ਉਹ ਹੈ ਸਤੰਬਰ 2020 ਕਿ ਸਤੰਬਰ ਮਹੀਨੇ ਦੇ ਵਿੱਚ ਐਗਜ਼ਾਮ ਲਿਆ ਜਾ ਸਕਦਾ ਹੈ। ਜੋ ਸਤੰਬਰ 'ਚ ਐਗਜ਼ਾਮ ਲਿਆ ਜਾਣਾ ਹੈ ਉਸ ਦਾ ਸਿਲੇਬਸ ਦੇਖ ਲੈਂਦੇ ਹਾਂ। ਉਹਦੇ ਵਿੱਚ 2 ਪੇਪਰ ਆਉਣਗੇ, ਪੇਪਰ 1 ਤੇ ਪੇਪਰ 2। ਪੇਪਰ 1 ਹੋਏਗਾ ਜਨਰਲ ਸਟੱਡੀਜ਼, ਪੇਪਰ 2 ਹੋਏਗਾ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ। ਜਨਰਲ ਸਟੱਡੀ ਦੇ ਵਿੱਚ 100 ਕੁਐਸਚਨ ਆਉਣਗੇ, 2-2 ਨੰਬਰ ਦੇ, 200 ਮਾਰਕਸ ਦਾ ਪੇਪਰ ਹੋਏਗਾ। CSAT ਦੇ ਵਿੱਚ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ ਦੇ ਵਿੱਚ 80 ਕੁਐਸਚਨ ਆਉਣਗੇ, 2.5 ਨੰਬਰ ਦਾ ਇੱਕ ਕੁਐਸਚਨ ਹੋਏਗਾ ਔਰ ਇਹ ਵੀ 200 ਨੰਬਰ ਦਾ ਪੇਪਰ ਹੋਏਗਾ। ਟੋਟਲ 400 ਨੰਬਰ ਦਾ ਪ੍ਰੀਲਿਮ ਐਗਜ਼ਾਮ ਹੋਣਾ ਹੈ। 400 ਨੰਬਰ ਦੇ ਵਿੱਚੋਂ ਕੱਟ ਆਫ ਜਾਏਗੀ ਕਿ ਕਿੰਨੇ ਕੈਂਡੀਡੇਟਸ ਪ੍ਰੀਲਿਮ ਕਲੀਅਰ ਕਰਕੇ ਮੇਨਸ ਦੇ ਵਿੱਚ ਕੁਆਲੀਫਾਈ ਕਰਦੇ ਨੇ। ਤੋਂ ਜਿਹੜੇ ਕੈਂਡੀਡੇਟ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ ਉਹ ਇਸ ਦਾ ਸਿਲੇਬਸ ਵੀ ਦੇਖ ਲੈਣ ਕਿ ਪ੍ਰੀਲਿਮ ਐਗਜ਼ਾਮੀਨੇਸ਼ਨ ਦਾ ਸਿਲੇਬਸ ਕੀ ਹੋਏਗਾ। ਸੋ ਪ੍ਰੀਲਿਮ ਦਾ ਐਗਜ਼ਾਮ ਦਿੱਤਾ ਹੈ। ਪੇਪਰ 1 ਹੈ ਜਨਰਲ ਸਟੱਡੀ। ਜਨਰਲ ਸਟੱਡੀ ਦੇ ਵਿੱਚ ਇਹਦਾ ਪਹਿਲਾ ਪਾਰਟ ਹੈ ਐਵਰੀਡੇ ਸਾਇੰਸ, ਜਿਹੜੀ ਅਸੀਂ ਜਨਰਲ ਸਾਇੰਸ ਸਕੂਲ ਦੇ ਵਿੱਚੋਂ ਪੜ੍ਹੀ ਹੈ। ਐਸਿਡ, ਬੇਸਿਸ, ਸਾਲਟ ਜਾਂ ਲਾਈਫ ਔਨ ਅਰਥ, ਐਵੋਲੂਸ਼ਨ ਕਿਵੇਂ ਹੈ ਲਾਈਫ ਦੀ। ਡਿਜ਼ੀਜ਼ਸ ਜਿਹੜੀ ਕਿ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਹੈ, ਡਿਜ਼ੀਜ਼ ਚੱਲ ਰਹੀਆਂ ਨੇ, ਪੈਂਡੈਮਿਕ ਹੈ, ਕਰੋਨਾ ਹੈ, ਇਹਨਾਂ ਦੇ ਵਿੱਚੋਂ ਕੁਐਸਚਨ ਆਏਗਾ। ਪਬਲਿਕ ਹੈਲਥ ਇਨੀਸ਼ੀਏਟਿਵਸ ਹੈ, ਇਮਿਊਨਾਈਜੇਸ਼ਨ ਹੈ, ਵੈਕਸੀਨੇਸ਼ਨਸ ਹੈ। ਇਹ ਬਹੁਤ ਇੰਪੋਰਟੈਂਟ ਟੌਪਿਕ ਨੇ ਕਿਉਂਕਿ ਅੱਜ ਕੱਲ੍ਹ ਕਰੋਨਾ ਦੀ ਸਿਚੁਏਸ਼ਨ ਚੱਲ ਰਹੀ ਹੈ। ਦੈਨ ਫੋਰਸ, ਲਾਅ ਆਫ ਮੋਸ਼ਨ, ਗ੍ਰੈਵਿਟੇਸ਼ਨ, ਜੋ ਅਸੀਂ ਫਿਜ਼ਿਕਸ ਦੇ ਵਿੱਚ ਪੜ੍ਹਿਆ ਹੈ, ਕਿਨੈਟਿਕ ਪੋਟੈਂਸ਼ੀਅਲ, ਲਾਈਟ ਤੇ ਕੁਐਸਚਨ ਪੁੱਛੇ ਜਾਣਗੇ। ਰਿਫਲੈਕਸ਼ਨ, ਰਿਫਰੈਕਸ਼ਨ ਕੀ ਹੁੰਦੀ ਹੈ। ਦੈਨ ਇਲੈਕਟ੍ਰਿਕ ਕਰੰਟ, ਕਨਸੈਪਟ ਤੇ ਐਪਲੀਕੇਸ਼ਨ ਤੇ ਕੁਐਸਚਨ ਆ ਸਕਦੇ ਨੇ। ਕੰਪਿਊਟਰਸ, ਟੈਲੀਕਮਿਊਨੀਕੇਸ਼ਨ, ਕਨਸੈਪਟ ਤੇ ਐਪਲੀਕੇਸ਼ਨ। ਸੈਕੰਡ ਹੈ ਇਸ ਦਾ ਐਨਵਾਇਰਨਮੈਂਟਲ ਸਟੱਡੀਜ਼। ਐਨਵਾਇਰਨਮੈਂਟਲ ਸਟੱਡੀਜ਼ ਵੀ ਅੱਜ ਕੱਲ੍ਹ ਬਹੁਤ ਹੀ ਇੰਪੋਰਟੈਂਟ ਹੈ। ਸਟਬਲ ਬਰਨਿੰਗ ਦੇ ਨਾਲ ਬਹੁਤ ਪੋਲਿਊਸ਼ਨ ਹੋ ਰਿਹਾ, ਸੋ ਇਹ ਟੌਪਿਕ ਬਹੁਤ ਇੰਪੋਰਟੈਂਟ ਹੈ ਪ੍ਰੀਲਿਮ ਨੂੰ ਦੇਖਦੇ ਹੋਏ। ਇਸ ਦੇ ਵਿੱਚ ਹੈ ਐਟਮੋਸਫੇਅਰ, ਸੋਲਰ ਸਿਸਟਮ, ਹੀਟ ਬੈਲੈਂਸ, ਟੈਂਪਰੇਚਰ, ਦੈਨ ਵੈਦਰ ਸਿਸਟਮ, ਵਾਟਰ ਸਾਈਕਲ, ਕਲਾਈਮੇਟ ਚੇਂਜਸ ਤੇ ਕੁਐਸਚਨ ਆਉਣਗੇ। ਕਲਾਈਮੇਟ ਚੇਂਜ ਬਹੁਤ ਇੰਪੋਰਟੈਂਟ ਟੌਪਿਕ ਹੈ। ਵਾਟਰ, ਸੋਇਲ, ਇਹ ਤੇ ਕੁਐਸਚਨ ਆ ਸਕਦੇ ਨੇ ਪ੍ਰੀਲਿਮ ਦੇ ਵਿੱਚ। ਦੈਨ ਥਰਡ ਟੌਪਿਕ ਹੈ ਪੋਲੀਟੀਕਲ ਥਿਊਰੀ ਐਂਡ ਇੰਟਰਨੈਸ਼ਨਲ ਆਰਡਰਸ। ਪੋਲੀਟੀਕਲ ਥਿਊਰੀ ਦੇ ਵਿੱਚ ਜਿਹੜੇ ਕਨਸਟੀਟਿਊਸ਼ਨ ਦੇ ਵਿੱਚੋਂ ਕੁਐਸਚਨ ਆ ਸਕਦੇ ਨੇ, ਬੇਸਿਕ ਕਨਸੈਪਟ ਫਰੀडम ਦੇ, ਇਕੁਐਲਿਟੀ, ਸੋਸ਼ਲ ਜਸਟਿਸ। ਸੋ ਇਹ ਸਾਰੇ ਜੋ ਪਿਲਰਸ ਨੇ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ, ਉਹਨਾਂ ਦੇ ਵਿੱਚੋਂ ਕੁਐਸਚਨ ਆ ਸਕਦੇ ਨੇ। ਰਾਈਟਸ, ਡਿਊਟੀਜ਼ ਨੇ। ਦੈਨ ਇੰਟਰਨੈਸ਼ਨਲ ਆਰਡਰਸ ਦੇ ਵਿੱਚ ਯੂਨਾਈਟਿਡ ਸਟੇਟਸ ਐਂਡ ਇਟਸ ਏਜੰਸੀਜ਼, ਜਿਵੇਂ WHO ਦਾ ਅੱਜ ਕੱਲ੍ਹ ਬਹੁਤ ਰੋਲ ਚੱਲ ਰਿਹਾ ਕਰੋਨਾ ਦੇ ਵਿੱਚ, ਤੋਂ WHO ਤੋਂ ਕੁਐਸਚਨ ਪੁੱਛੇ ਜਾ ਸਕਦੇ ਨੇ। ਵਰਲਡ ਪੀਸ, ਜੋ ਟ੍ਰੇਡ ਚੱਲ ਰਹੀ ਹੈ, ਜੋ ਵੱਖਰੇ ਵੱਖਰੇ ਗਰੁੱਪਸ ਬਣੇ ਨੇ, G20, ਬ੍ਰਿਕਸ, ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛੇ ਜਾ ਸਕਦੇ ਨੇ ਪ੍ਰੀਲਿਮ ਦੇ ਵਿੱਚ। ਫੋਰਥ ਪਾਰਟ ਹੈ ਇੰਡੀਅਨ ਪੋਲਿਟੀ। ਇੰਡੀਅਨ ਪੋਲਿਟੀ ਦੇ ਵਿੱਚੋਂ ਮੇਜਰ ਇੰਡੀਅਨ ਕਨਸਟੀਟਿਊਸ਼ਨ ਤੇ ਕੀ ਅਮੈਂਡਮੈਂਟਸ ਦੇ ਵਿੱਚੋਂ ਕੁਐਸਚਨ ਪੁੱਛੇ ਜਾਣਗੇ। ਪੰਚਾਇਤ ਰਾਜ ਤੇ ਕੁਐਸਚਨ ਪੁੱਛੇ ਜਾਣਗੇ। ਇਲੈਕਟੋਰਲ ਰਿਫਾਰਮਸ ਤੇ ਕੁਐਸਚਨ ਪੁੱਛੇ ਜਾ ਸਕਦੇ ਨੇ। ਆਰਮਡ ਚੈਲੰਜਸ, ਜੋ ਇੰਡੀਅਨ ਸਟੇਟ ਦੇ ਉੱਪਰ ਆਫਟਰ ਇੰਡੀਪੈਂਡੈਂਸ ਜਿਹੜੇ ਆਰਮਡ ਚੈਲੰਜਸ ਹੋਏ ਨੇ, ਨਕਸਲਾਈਟ ਹੋ ਸਕਦਾ ਹੈ, ਉਹ ਖਾਲਿਸਤਾਨ ਹੋ ਸਕਦਾ ਹੈ। ਦੈਨ ਹਿਸਟਰੀ ਆਫ ਇੰਡੀਆ ਦੇ ਵਿੱਚੋਂ ਕੁਐਸਚਨ ਆ ਸਕਦੇ ਨੇ। ਹਿਸਟਰੀ ਆਫ ਇੰਡੀਆ 2 ਪਾਰਟਸ ਦੇ ਵਿੱਚ ਡਿਵਾਈਡਡ ਹੈ। ਇੱਕ ਐਂਸ਼ੀਐਂਟ ਹਿਸਟਰੀ ਹੈ, ਇੱਕ ਮਾਡਰਨ ਹਿਸਟਰੀ ਹੈ। ਐਂਸ਼ੀਐਂਟ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ, ਆਰੀਅਨ, ਵੈਦਿਕ ਏਜ ਆ ਸਕਦੀ ਹੈ, ਮੌਰੀਅਨ। ਦੈਨ ਆਏਗਾ ਸਾਡੇ ਕੋਲ ਮੁਗਲ ਰਾਜ ਆਏਗਾ, ਮਿਊਟਨੀ ਆਫ 1857, ਬ੍ਰਿਟਿਸ਼ ਰੂਲ ਆ ਜਾਏਗਾ ਤੇ ਇੰਡੀਅਨ ਨੈਸ਼ਨਲ ਮੂਵਮੈਂਟਸ ਆ ਜਾਏਗੀ। ਦੈਨ ਉਸ ਤੋਂ ਬਾਅਦ ਵਰਲਡ ਹਿਸਟਰੀ ਹੈ। ਵਰਲਡ ਹਿਸਟਰੀ ਦੇ ਵਿੱਚ ਰੈਨੇਸੈਂਸ ਆਏਗਾ, ਇੰਡਸਟਰੀਅਲ ਰੈਵੋਲੂਸ਼ਨ ਆਏਗਾ, ਫ੍ਰੈਂਚ ਰੈਵੋਲੂਸ਼ਨ, ਰਸ਼ੀਅਨ ਰੈਵੋਲੂਸ਼ਨ, ਵਰਲਡ ਵਾਰਸ 1 and 2। ਇਹ ਬਹੁਤ ਇੰਪੋਰਟੈਂਟ ਟੌਪਿਕਸ ਨੇ। ਦੈਨ 6 ਪੁਆਇੰਟ ਹੈ ਜਨਰਲ ਸਟੱਡੀਜ਼ ਦੇ ਵਿੱਚ ਇੰਡੀਅਨ ਇਕਨੋਮੀ।
ਇੰਡੀਅਨ ਇਕਨੋਮੀ ਦੇ ਵਿੱਚ ਇੰਡੀਅਨ ਇਕਨੋਮਿਕ ਡਿਵੈਲਪਮੈਂਟਸ ਆਏਗਾ, ਕੀ ਇਕਨੋਮਿਕ ਪੋਲਿਸੀਜ਼, 5 ਈਅਰ ਪਲਾਨਸ ਜਿਹੜੇ ਪਹਿਲਾਂ ਹੁੰਦੇ ਸੀ ਪਲੈਨਿੰਗ ਕਮਿਸ਼ਨ ਦੇ ਨਾਲ, ਉਹਨਾਂ ਦੇ ਕੀ ਗੋਲਸ ਤੇ ਮੇਨ ਅਚੀਵਮੈਂਟਸ ਕੀ ਸੀ। ਦੈਨ ਐਲਪੀਜੀ ਪਾਲਿਸੀ ਜੋ 1991 ਦੇ ਵਿੱਚ ਮਨਮੋਹਨ ਸਿੰਘ ਵੱਲੋਂ ਪੇਸ਼ ਕੀਤੀ ਗਈ ਸੀ। ਦੈਨ ਪਰਫਾਰਮੈਂਸ ਆਫ ਇੰਡੀਅਨ ਇਕਨੋਮੀ ਸਿੰਸ 1991 ਤੋਂ ਐਲਪੀਜੀ ਰਿਫਾਰਮਸ ਤੋਂ ਬਾਅਦ ਇੰਡੀਅਨ ਇਕਨੋਮੀ ਦੇ ਵਿੱਚ ਕੀ ਚੇਂਜਸ ਆਈ ਹੈ, ਉਹਦੇ ਕੁਐਸਚਨ ਆ ਸਕਦੇ ਨੇ। ਦੈਨ ਵੱਖਰੇ ਵੱਖਰੇ ਸੈਕਟਰਸ ਤੇ ਵੱਖਰੇ ਵੱਖਰੇ ਕੁਐਸਚਨ ਆ ਸਕਦੇ ਨੇ। ਐਗਰੀਕਲਚਰ ਸੈਕਟਰ ਹੈ, ਇੰਡਸਟਰੀਅਲ ਸੈਕਟਰ ਹੈ, एम्प्लॉयमेंट जनरेशन है, रूरल अर्बन इंफ्रास्ट्रक्चर है, इन्होंने सारे ते क्वेश्चन आ सकते हैं। दैन 7th पार्ट है इसका जोग्राफी। जोग्राफी दे विच पॉपूलेशन डिस्ट्रीब्यूशन आएगी, डेंसिटी आएगी कि किन्ने एरिया दे विच किन्नी पॉपूलेशन है। दैन माइग्रेशन, दैन ह्यूमन डिवेलपमेंट के क्वेश्चन आ सकते हैं। वाटर रिसोर्सिज, मिनरल एनर्जी रिसोर्सिज, मैन्युफैक्चरिंग इंडस्ट्रीज, प्लैनिंग, सस्टेनेबल डिवेलपमेंट के क्वेश्चन आ सकते हैं। फिर इंटरनेशनल ट्रेड के क्वेश्चन आ सकते हैं। तो जियोग्राफिकल परसपैक्टिव के नाल कोई भी जे सिलेक्टेड इशूज़ होणगे, करंट इशू चल रहे हैं, उसके विचों क्वेश्चन आ सकते हैं। दैन 8th पॉइंट है करंट ईवेंट ऑफ नैशनल या इंटरनेशनल इंपॉर्टेंस। ये कोई सिलेबस नहीं है, किसी भी पॉइंट से क्वेश्चन आ सकता है, जो भी पॉइंट साडा करंटली चल रहा है। 9th पॉइंट है पंजाब। पंजाब दे विचों पंजाब दी जोग्राफी, पंजाब दी सोसाइटी, कल्चर, हिस्टरी, पंजाब दी इकोनॉमी ਦੇ ਵਿੱਚੋਂ ਕੁਐਸਚਨ ਆ ਸਕਦੇ ਨੇ। ਸੋ ਇਹ ਸੀ ਪੇਪਰ 1। ਦੈਨ ਸਾਡੇ ਕੋਲ ਪੇਪਰ 2 ਹੈ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ CSAT। ਸੋ ਇਹਦਾ ਸਿਲੇਬਸ ਕੀ ਹੈ, ਇਹਦੇ ਵਿੱਚ ਆ ਸਕਦੇ ਨੇ ਰੀਡਿੰਗ ਕੰਪਰੀਹੈਂਸ਼ਨ ਹੈ, ਪੰਜਾਬੀ ਤੇ ਇੰਗਲਿਸ਼ ਦੋਨਾਂ ਲੈਂਗੁਏਜਸ ਦੇ ਵਿੱਚ ਹੀ ਹੋਏਗੀ ਕੰਪਰੀਹੈਂਸ਼ਨ, ਤੇ ਕੰਪਰੀਹੈਂਸ਼ਨ ਤੋਂ ਬਾਅਦ ਉਸਦੇ ਕੁਐਸਚਨ ਆਉਣਗੇ। ਦੈਨ ਐਂਟੋਨਮਸ ਹੈ, ਐਂਟੋਨਮਸ ਹੁੰਦੇ ਨੇ ਅਪੋਜ਼ਿਟ ਵਰਡਸ, ਅਪੋਜ਼ਿਟ ਮੀਨਿੰਗ। ਸਿਨੋਨਮਸ ਹੈ, ਸਿਨੋਨਮਸ ਹੁੰਦੇ ਨੇ ਸੇਮ ਮੀਨਿੰਗਸ। ਗ੍ਰਾਮਰ ਤੇ ਕੁਐਸਚਨ ਆ ਸਕਦੇ ਨੇ, ਪੰਜਾਬੀ ਤੇ ਇੰਗਲਿਸ਼ ਦੋਨੋਂ ਗ੍ਰਾਮਰ ਦੇ ਕੁਐਸਚਨ ਆ ਸਕਦੇ ਨੇ। दैन इंटरप्रटेशनल स्किल ते कम्युनिकेशन स्किल इंग्लिश पंजाबी दोनों दे विच क्वेश्चन आ सकते हैं। दैन लॉजिकल रीजनिंग, एनालिटिकल ते मैंटल एबिलिटी। सो रीजनिंग ते क्वेश्चन आ सकते हैं। तो रीजनिंग ते मैं बहुत सारिया वीडियोज़ भी बना चुका है, मैं डिस्क्रिप्शन दे विच लिंक दे देना, तुसीं देख सकते हो। दैन बेसिक न्यूमेरिकल स्किल्स, मैगनीट्यूड, परसेंटेज, न्यूमेरिकल। सो बेसिक एप्टीट्यूड के क्वेश्चन आ सकते हैं, सिंपल मैथमेटिक्स के क्वेश्चन होंगे। दैन डेटा एनालिसिस है, चार्ट, ग्राफिक रिप्रजेंटेशन, टेबल, स्प्रैडशीट के क्वेश्चन आ सकते हैं कि कोई टेबल दे के ਉਹਦਾ एनालिसिस कर ਲਈ पूछा जा सकता है। सो ਇਹਦੇ ਨਾਲ ਇੱਕ ਨੋਟ ਦਿੱਤਾ ਹੈ ਕਿ ਇਹ ਐਗਜ਼ੌਸਟਿਵ ਸਿਲੇਬਸ ਨਹੀਂ ਹੈ, ਕਿ ਇਹ ਲਿਸਟ ਐਗਜ਼ੌਸਟਡ ਨਹੀਂ ਹੈ, ਇਹਦੇ ਬਾਹਰੋਂ ਵੀ ਸਿਲੇਬਸ ਆ ਸਕਦਾ ਹੈ, ਕੋਈ ਕੁਐਸਚਨ ਆ ਸਕਦਾ ਹੈ। ਸੋ ਇਹ ਸਿਲੇਬਸ ਜਿਹੜਾ ਇੱਕ ਜਨਰਲ ਗਾਈਡੈਂਸ ਹੈ। ਸੋ ਇਹ ਹੈ ਸਿਲੇਬਸ ਪ੍ਰੀਲਿਮ ਐਗਜ਼ਾਮੀਨੇਸ਼ਨ ਦਾ। PCS ਪੰਜਾਬ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਇਹਦੀ ਤਿਆਰੀ ਕਰਨ ਵਾਸਤੇ ਤੁਸੀਂ ਚੈਨਲ ਲਰਨ ਬੈਟਰ ਸਬਸਕ੍ਰਾਈਬ ਕਰ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਸਾਰੇ ਹੀ ਐਜੂਕੇਸ਼ਨਲ ਇੰਸਟੀਟਿਊਟਸ ਬੰਦ ਨੇ। ਸੋ ਅਸੀਂ ਰਲ ਕੇ ਆਨਲਾਈਨ ਤਿਆਰੀ ਕਰਾਂਗੇ, ਘਰ ਬੈਠ ਕੇ ਅਸੀਂ ਆਨਲਾਈਨ ਤਿਆਰੀ ਕਰਾਂਗੇ। ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੋ ਤੁਹਾਨੂੰ ਸਾਰਿਆਂ ਨੂੰ ਇਸ ਰਿਕਰੂਟਮੈਂਟ ਵਾਸਤੇ ਆਲ ਦਾ ਬੈਸਟ। ਥੈਂਕ ਯੂ ਵੈਰੀ ਮਚ।